ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਹੁੰਦਿਆਂ ਹੀ ਸਿਆਸਤ ਤੇਜ਼ ਹੋ ਗਈ। ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਜਿੱਥੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਹੀ ਕਿਸਾਨੀ ਸੰਘਰਸ਼ ਨੂੰ ਕ੍ਰੈਡਿਟ ਦਿੰਦਿਆਂ ਕਿਸਾਨ ਆਗੂਆਂ ਦੁਆਰਾ ਘੜੀ ਗਈ ਰਣਨੀਤੀ ਦੀ ਸ਼ਲਾਘਾ ਕੀਤੀ। ਸਿੱਧੂ ਵੱਲੋਂ ਲਗਭਗ 700 ਸ਼ਹੀਦ ਹੋਏ ਕਿਸਾਨਾਂ ਨੂੰ ਨਮਨ ਕੀਤਾ। ਉੱਥੇ ਹੀ ਆਪਣੀ ਸਰਕਾਰ ਦੁਆਰਾ ਕਿਸਾਨੀ ਸੰਘਰਸ਼ ਦੀ ਕੀਤੀ ਮਦਦ ਤੇ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਸਿੱਧੂ ਵੱਲੋਂ ਕਿਹਾ ਗਿਆ ਕਿ ਡੁੱਬਦੀ ਕਿਸਾਨੀ ਨੂੰ ਬਚਾਉਣ ਲਈ ਰੋਡ ਮੈਪ ਜ਼ਰੂਰੀ ਹੈ ਤਾਂ ਜੋ ਕਿਸਾਨੀ ਬਚਾਈ ਜਾ ਸਕੇ। ਹੋਰ ਕੀ ਕੁਝ ਕਿਹਾ ਗਿਆ ਸਿੱਧੂ ਵੱਲੋਂ, ਤੁਸੀਂ ਆਪ ਹੀ ਸੁਣ ਲਓ। ਜਿਸ ਸਤਿਗੁਰ ਨਦਰ ਅੱਜ ਉਹਦੀ ਸਵੱਲੀ ਨਜ਼ਰ ਹੋਈ ਹੈ ਤੇ ਹਵਾਵਾਂ 'ਚ ਖੁਸ਼ੀਆਂ ਨੇ, ਦੀਵਾਨਗੀ ਦੀ ਖੁਸ਼ੀ ਹੈ। ਕਿਉਂ? ਇੱਕ ਲਾਂਘਾ ਖੁੱਲਾ, ਲਾਂਘੇ ਦੇ ਨਾਲ ਅਸੰਖ ਸੰਭਾਵਨਾਵਾਂ ਖੁੱਲਣਗੀਆਂ ਤੇ ਜੇ ਮੈਨੂੰ ਚੰਗੇ ਭਾਗ ਦਿੱਤੇ ਪਰਮਾਤਮਾ ਨੇ ਤੇ ਮੈਂ ਉੱਥੇ ਜਾ ਕੇ ਅਸਲ ਪੰਜਾਬ ਦੀ ਜਿਹੜੀ ਤਰੱਕੀ ਦੀ ਰਾਹ ਹੈ ਉਹਦੇ ਬਾਰੇ ਗੱਲ ਜ਼ਰੂਰ ਕਰਾਂਗਾ। ਲੇਕਿਨ ਅੱਜ ਜੇ ਧੰਨਵਾਦ ਨਾ ਕਰੀਏ ਕਿ ਭਾਈ ਸਵੇਰ ਦਾ ਭੁੱਲਿਆ ਜੇ ਸ਼ਾਮੀ ਘਰੇ ਵਾਪਸ ਆ ਜੇ ਔਰ ਬਾਬੇ ਦੇ ਜਨਮ ਦਿਹਾੜੇ ਦੇ ਉੱਤੇ ਉਹ ਆਪਣੀ ਗਲਤੀ ਦਾ ਇਸਤਕਬਾਲ ਕਰ ਲਵੇ ਤੇ ਫਿਰ ਪੰਜਾਬ ਮਾਫ ਕਰੇ, ਕਿਉਂਕਿ ਇੱਕ ਨਵਾਂ ਅਧਿਆਇ ਸ਼ੁਰੂ ਹੋਣ ਵਾਲਾ ਹੈ। ਇਸ ਜਿੱਤ ਦਾ ਸ਼੍ਰੇ ਕੋਈ ਲੈਣ ਦੀ ਕੋਸ਼ਿਸ਼ ਹੀ ਨਾ ਕਰੇ, ਕਿਉਂਕਿ ਇਹ ਜਿੱਤ ਦਾ ਸਾਰਾ ਸ਼੍ਰੇ ਸੰਯੁਕਤ ਕਿਸਾਨ ਮੋਰਚੇ ਦੇ ਸੱਤਿਆਗ੍ਰਹਿ ਨੂੰ। ਸੱਚ ਦੀ ਰਾਹ ਸੀ, ਲੱਖ ਕੋਸ਼ਿਸ਼ ਕੀਤੀ ਬਦਨਾਮੀ ਕਰਨ ਦੀ, ਅੜੇ ਰਹੇ, ਖੜੇ ਰਹੇ, ਹੱਕ ਸੱਚ ਤੇ ਪਹਿਰਾ ਦਿੱਤਾ, ਜਿੱਤ ਹੋਈ। ਕਿਉਂਕਿ ਜਦੋਂ ਧਰਮ ਦੀ ਰਾਹ ਤੇ ਕੋਈ ਤੁਰਦਾ ਨਾ, ਧਰਮ ਯੁੱਧ ਮਿਟਦਾ, ਯਥਾ ਧਰਮਾ ਤਥਾ ਵਿਜਿਆ, ਫਿਰ ਉਹਨੂੰ ਕੋਈ ਹਰਾ ਨਹੀਂ ਸਕਦਾ। ਔਰ ਇਹੀ ਧਰਮ ਸੀ ਕਿ ਅਸੀਂ ਬਾਬੇ ਨਾਨਕ ਦਾ ਜਿਹੜਾ ਕਿੱਤਾ, ਇਹ ਬਾਬਾ ਜੀ ਲੜ ਲਾ ਕੇ ਗਏ ਸੀ, ਉੱਤਮ ਖੇਤੀ। ਇਹ 17 ਸਾਲ ਉਹਨਾਂ ਨੇ ਆਪ ਖੇਤੀ ਕੀਤੀ, ਸਾਨੂੰ ਕਿਰਤ ਸੱਭਿਆਚਾਰ ਦੇ ਲੜ ਲਾਇਆ। ਇਹ ਦੁਨੀਆ ਦਾ ਸਭ ਤੋਂ ਵੱਡਾ ਸੱਭਿਆਚਾਰ ਹੈ, ਵਰਕ ਕਲਚਰ। ਇਹ ਉਹਨਾਂ ਦੀਆਂ ਹੀ ਅੱਜ ਸਵੱਲੀਆਂ ਨਜ਼ਰਾਂ ਨੇ ਕਿ ਕਿੰਨੀਆਂ ਖੁਸ਼ੀਆਂ ਅੱਜ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਨੇ। ਖਾਸ ਤੌਰ ਤੇ 650 ਸ਼ਹਾਦਤਾਂ ਦੇਣ ਵਾਲੇ 650 ਸ਼ਹਾਦਤਾਂ ਦੇਣ ਵਾਲੇ ਸੰਯੁਕਤ ਕਿਸਾਨ ਮੋਰਚੇ ਦੇ ਅਣਥੱਕ ਪ੍ਰਯਾਸਾਂ ਨੂੰ ਬੂਰ ਪਿਆ। ਜ਼ੁਲਮ ਕਰਨਾ ਪਾਪ, ਜ਼ੁਲਮ ਦੇ ਖਿਲਾਫ ਖੜਨਾ ਉਦੋਂ ਵੱਡਾ ਕਰਮ, ਸਹਿਣਾ ਵੀ ਪਾਪ। ਉਹਨਾਂ ਇੱਕ ਐਸਾ ਸਮਾਜਿਕ ਸੋਸ਼ਲ ਮੂਵਮੈਂਟ ਸਿਰਜੀ ਕਿ ਜਿਹੜੀ ਅਸੀਂ ਗੱਲ ਕਰਦੇ ਹਾਂ, ਬਾਬਾ ਜੀ ਕਹਿੰਦੇ ਆ ਆਪਸੀ ਭਾਈਚਾਰਾ, ਅੰਬੇਡਕਰ ਸਾਹਿਬ ਕਹਿੰਦੇ ਆ ਫਰੈਟਰਨਿਟੀ, ਅਨੇਕਾਂ 'ਚ ਏਕਤਾ, ਅੱਡ-ਅੱਡ ਭਾਸ਼ਾਵਾਂ, ਅੱਡ-ਅੱਡ ਕਲਚਰ, ਅੱਡ-ਅੱਡ ਸੱਭਿਆਚਾਰ, ਲੇਕਿਨ ਉਹਨਾਂ ਦੇ ਵਿੱਚ ਏਕਾ ਇਹ ਸੰਯੁਕਤ ਕਿਸਾਨ ਮੋਰਚੇ ਨੇ ਸਿਰਜਿਆ। ਔਰ ਸਾਰੇ ਇੱਕ ਮੁਸ਼ਤ ਹੋ ਕੇ ਇਸ ਲੜਾਈ ਨੂੰ ਲੜਦੇ ਰਹੇ। ਪੰਜਾਬ ਸਰਕਾਰ ਹੋਵੇ ਭਾਵੇਂ ਹੋਰ ਸਰਕਾਰਾਂ ਹੋਣ, ਹਰੇਕ ਨੇ ਉਹਨਾਂ ਦਾ ਸਹਿਯੋਗ ਕੀਤਾ, ਕਿਉਂਕਿ ਇਹ 60% ਆਬਾਦੀ ਹੈ ਔਰ ਇੱਜ਼ਤ ਦੀ ਰੋਟੀ ਲਈ ਲੜਦੀ ਸੀ। ਇਹ ਗੱਲ ਜ਼ਿਹਨ 'ਚ ਹੋਣੀ ਚਾਹੀਦੀ ਹੈ ਕਿ ਭਾਈ ਲਾਗਤਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ, ਆਮਦਨ ਘਟ ਰਹੀ ਹੈ, ਪ੍ਰੋਡਕਟਿਵਿਟੀ ਘਟ ਰਹੀ ਹੈ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਅੱਜ ਦੀ ਡੇਟ ਦੇ ਵਿੱਚ ਕਿ ਅਸੀਂ ਇੱਕ ਰੋਡ ਮੈਪ ਦੇਈਏ ਕਿਸਾਨੀ ਨੂੰ ਉਸਾਰਨ ਦਾ, ਕਿਸਾਨੀ ਨੂੰ ਖੜਾ ਕਰਨ ਦਾ, ਇੱਕ ਪ੍ਰੋਡਕਟਿਵਿਟੀ ਦਾ ਰੋਡ ਮੈਪ ਦੇਈਏ। ਔਰ ਉਸੇ ਦੇ ਉੱਤੇ ਕਿਸਾਨੀ 25 ਸਾਲਾਂ ਦੇ ਵਿੱਚ ਜਿਹੜੀ ਹੌਲੀ ਨੀਵੀਂ ਗਈ ਹੈ, ਉਹਨੂੰ ਦੁਬਾਰਾ ਆਪਣੇ ਸਿਰ ਦਾ ਤਾਜ ਬਣਾਈਏ, ਕਿਉਂਕਿ ਅਸਲੀ ਚੈਲੰਜ ਹੁਣ ਸ਼ੁਰੂ ਹੋਣੇ। ਜਦੋਂ ਘਰੇ ਭਰਤ ਕੇ ਆਉਣੇ ਆ ਕਿਸਾਨ ਭਰਾ, ਜਿੱਤ ਹਾਸਲ ਕਰਕੇ ਆਉਣੇ ਆ, ਉਹਨੂੰ ਤਾਂ ਹਰਾ ਹੀ ਨਹੀਂ ਸਕਿਆ ਕੋਈ ਅੱਜ ਤੱਕ। ਪਗੜੀ ਸੰਭਾਲ ਜੱਟਾ ਮੂਵਮੈਂਟ ਵੀ ਇਹੀ ਜਿਹੀ ਸੀ, ਏਕਾ ਕਰਤਾ ਸੀ ਪੂਰੇ ਦੇਸ਼ 'ਚ। ਤੇ ਅਸਲੀ ਚੈਲੰਜ ਉਦੋਂ ਸ਼ੁਰੂ ਹੋਣਾ ਹੈ, ਕਿਉਂ ਅਸੀਂ ਪਿਛਲੇ ਸਾਲ ਜੂਨ ਤੇ ਜਾ ਕੇ ਖੜੇ ਹੋ ਜਾਾਂਗੇ, ਪਿਛਲੇ ਤੋਂ ਪਿਛਲੇ ਸਾਲ
ਖੁਦਕੁਸ਼ੀਆਂ ਵੀ ਹੁੰਦੀਆਂ ਨੇ। ਕਿਸਾਨੀ ਨੂੰ ਖੜਾ ਕਰਨ ਦੇ ਲਈ ਇੱਕ ਵੱਡਾ ਪਲਾਨ ਅੱਜ ਸਾਨੂੰ ਚਾਹੀਦਾ ਹੈ। ਦੂਜੀ ਗੱਲ ਜਿਹੜੀ ਮੈਂ ਕਰਨੀ ਹੈ ਅੱਜ ਬਾਬੇ ਦੇ ਜਨਮ ਦਿਹਾੜੇ ਤੇ, ਜਿਹਨੂੰ ਮੈਂ ਅੱਜ ਨਹੀਂ ਬਾਰ-ਬਾਰ ਦੁਹਰਾਉਣਾ, ਕਿਉਂਕਿ ਜਦੋਂ ਵਾਹਿਗੁਰੂ ਦਾ ਨਾਮ ਬਾਰ-ਬਾਰ ਲੈਂਦੇ ਆ ਉਹ ਹੋਰ ਰੰਗ ਲਿਆਉਂਦਾ। ਬਾਬੇ ਦਾ ਫਲਸਫਾ ਹੀ ਪੰਜਾਬ ਨੂੰ ਇਸ ਕਰਜ਼ੇ ਦੇ ਦਲਦਲ ਚੋਂ ਕੱਢੂ। ਬਾਬੇ ਦਾ ਫਲਸਫਾ ਹੀ ਪੰਜਾਬ ਨੂੰ ਦੁਬਾਰਾ ਪ੍ਰਗਤੀ ਔਰ ਸਮਰਿੱਧੀ ਦੀ ਰਾਹ ਦੇ ਵੱਲ ਲਿਜਾਊ। ਅਸੀਂ ਬਾਬੇ ਨੂੰ ਤਾਂ ਮੰਨਦੇ ਹਾਂ, ਲੇਕਿਨ ਬਾਬੇ ਦੀਆਂ ਕਈਆਂ ਗੱਲਾਂ ਨਹੀਂ ਮੰਨਦੇ। ਕਿੱਥੇ ਵੰਡਦਾ ਉਹ ਧਰਮਾਂ 'ਚ? ਉਹ ਤਾਂ ਕਹਿੰਦਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਪਾਓ। ਪਹਿਲੀ ਪਾਤਸ਼ਾਹੀ ਔਰ ਦਸਮ ਪਾਤਸ਼ਾਹੀ 'ਚ ਕੋਈ ਫਰਕ ਨਹੀਂ ਹੈ, ਤੁਸੀਂ ਉਹਨਾਂ ਨੂੰ ਜੋੜ ਕੇ ਦੇਖੋ, ਉਹ ਸਭ ਇੱਕ ਨੇ। ਇਸ ਕਰਕੇ ਅਸੀਂ ਆਪਣੇ ਮੂਲ ਨੂੰ ਸਿਰਜਣਾ, ਸੀਂਚਣਾ। ਸੀਂਚਣਾ ਇਜ਼ ਦੀ ਰਾਈਟ ਵਰਡ। ਉਹ ਸਾਡੀ ਜੜ ਹੈ। ਮੂਲ ਮੰਤਰ ਵੀ ਉਹਨਾਂ ਦਾ ਹੀ ਦਿੱਤਾ ਹੋਇਆ ਇੱਥੇ। ਬਈ ਦੇ ਕੋਲ ਮੈਂ ਕਿਉਂ ਇੱਥੇ ਆਇਆ? ਇਸੇ ਕਰਕੇ ਆਇਆ। ਜਿਹਨੇ ਜੜ ਨੂੰ ਸੀਂਚਿਆ ਉਹਨੇ ਫਲਾਂ ਤੱਕ ਪਾਣੀ ਪਹੁੰਚਾਇਆ, ਤੇ ਜਿਹਨੇ ਉੱਤੇ ਉੱਤੇ ਪਾਣੀ ਦਿੱਤਾ ਜੜ ਸੁੱਕ ਗਈ ਤੇ ਸਭ ਕੁਝ ਗਿਆ। ਬਾਬੇ ਨਾਨਕ ਦਾ ਫਲਸਫਾ ਸਰਬੱਤ ਦਾ ਭਲਾ। ਕਿੱਥੇ ਹੋਇਆ ਸਰਬੱਤ ਦਾ ਭਲਾ ਭਾਈ? ਪੰਜਾਬ 'ਚ 1% ਲੋਕਾਂ ਦਾ ਹੋਇਆ। ਲੋਕਾਂ ਦੇ ਟੈਕਸਾਂ ਦੀ ਤਾਕਤ 1% ਲੋਕਾਂ ਕੋਲ ਹੋਈ। ਪੰਜਾਬ ਦੇ ਜਿਹੜੇ ਨੈਚੁਰਲ ਰਿਸੋਰਸਿਸ, ਸਾਡੇ ਖਣਿਜ, ਸਾਡਾ ਰੇਤਾ, ਹਾਂਜੀ, ਭਾਵੇਂ ਐਕਸਾਈਜ਼ ਹੈ, ਉਹ ਭਾਵੇਂ ਕੇਬਲ ਹੈ, ਭਾਵੇਂ ਜ਼ਮੀਨਾਂ ਨੇ, ਇਹ ਖਜ਼ਾਨੇ 'ਚ ਹੋਣੇ ਚਾਹੀਦੇ ਆ। ਨਾ ਸਿਰਫ ਕਿ 1% ਬੰਦਿਆਂ ਦਾ ਭਲਾ ਕਰਨ ਲਈ ਹੋਣੇ ਚਾਹੀਦੇ ਆ। 99% ਵਾਂਝੇ ਰਹਿ ਗਏ। ਤੇ ਜਿੱਦਣ ਉਹਨਾਂ 99% ਕੋਲ ਟੈਕਸਾਂ ਦੀ ਤਾਕਤ ਦੁੱਗਣੀ ਤਿੱਗਣੀ ਚੌਗਣੀ ਹੋ ਕੇ ਜਾਊਗੀ, ਤੇ ਉਦੋਂ ਮੰਨੂ ਵੀ ਹਾਂ ਪੰਜਾਬ ਦਾ ਭਲਾ ਹੋਇਆ। ਇਹ ਆਪਸੀ ਭਾਈਚਾਰੇ ਦਾ ਸੰਦੇਸ਼, ਹੱਕ ਹਲਾਲ ਦਾ ਸੰਦੇਸ਼, ਸਭ ਤੋਂ ਵੱਡੀ ਗੱਲ ਹੱਕ ਹਲਾਲ ਦਾ ਸੰਦੇਸ਼। ਜਿੱਥੇ ਭਾਈ ਲਾਲੋ ਦੀ ਰੋਟੀ 'ਚੋਂ ਦੁੱਧ ਨਿਕਲਿਆ, ਮਲਕ ਭਾਗੋ ਵੀ ਜੇ ਹੈਣ, ਇਹ ਤਾਂ ਕੋਈ ਇਹ ਨਹੀਂ ਹੈ ਵੀ ਸਿੱਟ ਦੇਣੇ ਆ ਭਾਈ। ਪਾਪੀ ਨਹੀਂ ਮਾਰਨੇ, ਉਹਨਾਂ ਦਾ ਪਾਪ ਮਾਰਨਾ। ਸੋਚ ਬਦਲਣੀ ਹੈ। ਜੇ ਦਸ਼ਾ ਬਦਲੂਗੀ ਤਾਂ ਦਿਸ਼ਾ ਦੇ ਕੇ ਹੀ ਬਦਲੂ ਨਾ। ਸ੍ਰਿਸ਼ਟੀ ਬਦਲੂਗੀ ਤਾਂ ਦ੍ਰਿਸ਼ਟੀ ਬਦਲ ਕੇ ਹੀ ਬਦਲੂ ਨਾ। ਲੋਕ ਬਦਲਣਗੇ ਤਾਂ ਸੋਚ ਬਦਲ ਕੇ ਹੀ ਬਦਲਾਂਗੇ ਨਾ। ਕਿਹਦੀ ਸੋਚ ਚਾਹੀਦੀ ਹੈ? ਬਾਬੇ ਦੇ ਫਲਸਫੇ ਦੀ ਸੋਚ ਚਾਹੀਦੀ ਹੈ। ਹੱਕ ਹਲਾਲ ਦੀ ਕਮਾਈ ਜਿਹੜੀ 100 ਵਾਰ ਫੜੇ। ਔਰ ਸਭ ਤੋਂ ਉੱਪਰਲੀ ਗੱਲ, ਜਿਹੜੇ ਖਾਤਰ ਤੁਹਾਨੂੰ ਮੈਂ ਇੱਥੇ ਬੁਲਾਇਆ, ਇੱਥੇ ਬੈਠ ਕੇ ਅੰਦਰ ਉਹ ਇਤਿਹਾਸਿਕ ਪੱਥਰ ਪਏ ਨੇ, ਮੇਰੇ ਲਈ ਤਾਂ ਸੋਨੇ ਦੀਆਂ ਗਿਣੀਆਂ ਨਾਲੋਂ ਕਿਤੇ ਬਿਹਤਰ ਨੇ। ਕਿਉਂਕਿ ਉਹਨਾਂ ਦਾ ਜਿਹੜਾ ਫਲਸਫਾ ਹੈ, ਉਹਨਾਂ ਦਾ ਜਿਹੜਾ ਸੰਦੇਸ਼ ਹੈ, ਉਹ ਅੱਜ ਸਾਨੂੰ ਬੱਚੇ ਬੱਚੇ ਤੱਕ ਲਿਜਾਣਾ ਪਊ। ਤੇਰਾ 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 ਹੋ ਕੀ ਰਿਹਾ ਕਿ ਰਾਜਨੀਤੀ ਧੰਦਾ ਬਣ ਚੁੱਕੀ ਹੈ। ਹਰ ਬੰਦਾ ਕਹਿੰਦਾ ਮੇਰਾ ਮੇਰਾ ਘਰ, ਮੇਰੀ ਖੁੱਲੀ, ਮੇਰੇ ਬੱਚੇ। ਜਦੋਂ ਆਪਦੇ ਜਵਾਕ ਨੂੰ ਭੇਜਣਾ ਹੁੰਦਾ ਤੇ ਅਮਰੀਕਾ, ਕੈਨੇਡਾ, ਤੇ ਜਿਹੜੇ ਪੰਜਾਬ ਵਾਲੇ ਪਰਤੀ ਜਾਂਦੇ ਆ ਬਾਹਰ, 5-6 ਡਾਰੀ ਮਾਰਦਾ ਤੇ ਸ਼ਾਮ ਨੂੰ ਆਲਣੇ ਚਾਹੁੰਦਾ, ਤੇ ਇਹ ਪਰਤੀ ਜਾਂਦੇ ਆ, ਮੁੜਦਾ ਕੋਈ ਕਿਉਂ? ਬਿਕੋਜ਼ ਦੇਰ ਇਜ਼ ਲੈਕ ਆਫ ਓਪਰਚੁਨਿਟੀਜ਼। ਤੁਸੀਂ ਉਹਨਾਂ ਨੂੰ ਓਪਰਚੁਨਿਟੀ ਨਹੀਂ ਦਿਓਗੇ ਤੇ ਉਹ ਚਲੇ ਜਾਣਗੇ। ਅੱਜ ਕਿਸਾਨੀ ਅਖੇ ਜੀ ਕਹਿੰਦੇ ਸਿਵਲ ਵਾਰ ਗਲਤ ਸ਼ਬਦ ਹੈ। ਉਹ ਭਾਈ ਤੁਹਾਡੀ 60% ਆਬਾਦੀ ਸੜਕਾਂ 'ਤੇ ਫਿਰਦੀ ਸੀ, ਤੇ ਹੋਰ ਕੀ ਹੈ? ਇਹ ਤੁਹਾਨੂੰ ਪਿੰਡਾਂ 'ਚ ਵੜਨ ਨਹੀਂ ਦਿੰਦੇ, ਕਾਲੀਆਂ ਝੰਡੀਆਂ ਦਿਖਾਉਂਦੇ ਆ। ਇਹ ਕੀ ਹੈ? ਇਹ ਰੋਸ਼ ਹੈ, ਆਕਰੋਸ਼ ਹੈ। ਇਸ ਟ੍ਰੈਂਡ ਨੂੰ ਸਾਨੂੰ ਬਦਲਣਾ ਪਊ। ਸਾਨੂੰ ਚਾਹੇ ਕਿਸਾਨੀ ਹੋਵੇ, ਚਾਹੇ ਛੋਟਾ ਵਪਾਰੀ ਹੋਵੇ, ਇਹ ਜਿਹੜਾ 1% ਬੰਦਿਆਂ ਨੂੰ ਫਾਇਦੇ ਜਾਈ ਜਾਂਦੇ ਆ ਨਾ, ਇਹ ਸਾਰਾ ਫਾਇਦਾ ਨਿਰੰਤਰ ਛੋਟੇ ਕਿਸਾਨ, ਛੋਟੇ ਵਪਾਰੀ, ਆਮ ਆਦਮੀ ਨੂੰ ਇਹ ਫਾਇਦਾ ਟੈਕਸਾਂ ਦਾ ਦੁੱਗਣਾ ਤਿੱਗਣਾ ਹੋ ਕੇ ਉਹਦੀ ਡਿਵੈਲਪਮੈਂਟ ਦੀ ਫਾਰਮ 'ਚ, ਉਹਦੀ ਝੌਂਪੜੀ ਦੇ ਅੱਗੋਂ ਹਲਕੀ ਜੀ ਸੜਕ, ਹੈਲਥ, ਐਜੂਕੇਸ਼ਨ, ਆਫ ਸ਼ੂਟਸ ਨੇ ਉਹ ਇਨਕਮ ਦੀਆਂ। ਸੂਬੇ ਕੋਲ ਇਨਕਮ ਹੈ ਨਹੀਂ। ਤੁਸੀਂ ਕਰਜ਼ਾ ਲੈਂਦੇ ਹੋ, 1000 ਕਰੋੜ ਦਾ ਕਰਜ਼ਾ ਹੈ, ਤੁਸੀਂ 1000 ਹੋਰ ਲੈਂਦੇ ਹੋ,
ਉਹ ਚੋਂ 750 ਮੋੜ ਦਿੰਦੇ ਹੋ ਤੇ 250 ਦੇ ਵੰਡ ਦਿੰਦੇ ਹੋ। ਆ ਵੀ ਲੈ ਲੈ, ਆ ਵੀ ਲੈ ਲੈ, ਆ ਵੀ ਲੈ ਲੈ। ਉਹ ਭਾਈ ਵੰਡ ਤਾਂ ਦਿੱਤੇ, ਇਹ ਮੋੜੂ ਕੌਣ? ਮੋੜੂ ਦੇਖੀ ਜਾਓ। 31000 ਕਰੋੜ ਉਹ ਦੇ ਗਏ ਸੀ ਲਾਸਟ ਦਿਨ ਪਿਛਲੇ। ਇਹ ਮੈਂ ਤੁਹਾਨੂੰ ਅੱਜ ਕਹਿ ਰਿਹਾ, ਜਾਂ ਤੇ ਮਾਫੀਆ ਜਿਉਂਦਾ ਰੱਖ ਲਓ ਤੇ ਜਾਂ ਪੰਜਾਬ ਜਿਉਂਦਾ ਰੱਖ ਲਓ। ਜੇ ਪੰਜਾਬ ਜਿਉਂਦਾ ਰੱਖਣਾ ਤੇ ਫਿਰ 25 ਤੋਂ 40 ਹਜ਼ਾਰ ਕਰੋੜ ਦੀ ਆਮਦਨ ਪੰਜਾਬ ਦੇ ਖਜ਼ਾਨੇ 'ਚ ਪੈ ਕੇ ਦੁੱਗਣੀ ਤਿੱਗਣੀ ਹੋ ਕੇ ਲੋਕਾਂ ਕੋਲ ਵਾਪਸ ਜਾਣੀ ਚਾਹੀਦੀ। ਤਾਂ ਹੀ ਤੇਰਾ ਇਹੀ ਅਰਦਾਸ ਇੱਥੇ ਇਹੀ ਅਰਦਾਸ ਕਰਨ ਆਇਆ ਮੈਂ ਕਿ ਤੇਰਾ ਕੋਈ ਤੋਲਣ ਵਾਲਾ ਬੰਦਾ ਬਾਬੇ ਨਾਨਕ ਤੋਂ ਪ੍ਰੇਰਣਾ ਲੈ ਕੇ ਸਰਕਾਰ 'ਚ ਖੜ ਕੇ ਕਹੇ ਕਰਪਸ਼ਨ ਦੂਰ ਕਰੂੰਗਾ ਔਰ ਕਿਰਦਾਰ ਇਹੋ ਜਿਹਾ ਰੱਖੂੰਗਾ। ਕਿਰਦਾਰ ਕੀ ਹੁੰਦਾ ਭਾਈ? ਜਿਹਤੇ ਵਿਸ਼ਵਾਸ ਹੁੰਦਾ। ਕਿਰਦਾਰ ਕੀ ਹੁੰਦਾ? ਜਿਹੜਾ ਆਪਣੇ ਤੋਂ ਵੱਧ ਸ੍ਰਿਸ਼ਟੀ ਦੀ ਸੋਚੇ, ਆਪਣੇ ਤੋਂ ਵੱਧ ਆਵਾਮ ਦੀ ਸੋਚੇ ਔਰ ਕਹੇ ਕਿ ਮੈਨੂੰ ਬਾਬਾ ਨਾਨਕ ਦੇ ਦਰਸ਼ਨ ਇਸ ਆਵਾਮ 'ਚ ਹੁੰਦੇ ਆ, ਪੰਜਾਬ ਦੇ ਲੋਕਾਂ 'ਚ ਹੁੰਦੇ ਆ। 3 ਕਰੋੜ ਪੰਜਾਬੀਆਂ 'ਚ ਮੈਨੂੰ ਰੱਬ ਦਿਖਦਾ, ਨਰਮੇ ਨਾਰਾਇਣ ਹੈ। ਇਹੀ ਉੱਤਮ ਸੇਵਾ ਹੈ। ਇਸ ਕਰਕੇ ਮੇਰਾ ਜਿਹੜਾ ਇੱਥੇ ਆਉਣ ਦਾ ਮਕਸਦ ਸੀ ਭਾਜੀ, ਚਾਹੇ ਉਹ ਆਪਸੀ ਭਾਈਚਾਰੇ ਦੀ ਗੱਲ ਹੋਵੇ, ਚਾਹੇ ਉਹ ਸਰਬੱਤ ਦੇ ਭਲੇ ਦੀ ਗੱਲ ਹੋਵੇ, ਚਾਹੇ ਉਹ ਹੱਕ ਹਲਾਲ ਦੀ ਕਮਾਈ ਦੀ ਗੱਲ ਹੋਵੇ, ਚਾਹੇ ਭਾਈ ਲਾਲੋ ਦੀ ਇੱਜ਼ਤ ਦੀ ਰੋਟੀ ਹੋਵੇ, ਮੇਰਾ ਇੱਕੋ ਹੀ ਮੰਨਣਾ ਹੈ ਕਿ ਬਾਬੇ ਨਾਨਕ ਦੇ ਫਲਸਫੇ ਦੇ ਨਾਲ ਪੰਜਾਬ ਦਾ ਉત્ਥਾਨ ਹੋਏਗਾ। ਲੇਕਿਨ ਮੰਨ ਕੇ ਨਹੀਂ, ਉਸ ਰਾਹ ਤੇ ਚੱਲ ਕੇ। ਬਾਬੇ ਦੀ ਰਾਹ ਸਾਡੀ ਰਾਹ, ਮੈਂ ਅੱਜ ਦਾ ਨਹੀਂ ਕਹਿੰਦਾ, ਸਾਡੀ ਸਭ ਦੀ ਰਾਹ। ਤੇ ਮੈਂ ਅਗਰ ਮੈਨੂੰ ਬਾਬੇ ਨੇ ਭਾਗ ਬਖਸ਼ੇ ਔਰ ਮੈਂ ਕੱਲ ਕਰਤਾਰਪੁਰ ਗਿਆ ਤੇ ਮੈਂ ਉੱਥੇ ਇੱਕ ਹੋਰ ਵੱਡੀ ਗੱਲ ਰੱਖੂ ਔਰ ਨਿਰਭੈ ਹੋ ਕੇ ਰੱਖੂ। ਨਿਰਭੈਤਾ ਕਿਉਂ ਮੁੱਕੀ ਜਾਂਦੀ ਹੈ? ਲੋਕਾਂ ਦੀਆਂ ਬਾਹਾਂ ਕਿਉਂ ਮਰੋੜੀਆਂ ਜਾਂਦੀਆਂ ਨੇ? ਬੜੇ ਚੀਫ ਮਿਨਿਸਟਰ ਰਬੜ ਦੇ ਗੁੱਡੇ ਬਣ ਕੇ, ਕਠਪੁਤਲੀਆਂ ਬਣ ਕੇ ਕਿਉਂ ਨੱਚਦੇ ਆ? ਕਿਉਂਕਿ ਉਹਨਾਂ ਕੋਲ ਮੋਰਲ ਅਥਾਰਟੀ ਨਹੀਂ ਹੈ। ਉਹਨਾਂ ਕੋਲ ਉਹ ਸੰਪਦਾ ਨਹੀਂ ਹੈ ਜਿਹੜੀ ਬਾਬੇ ਨਾਨਕ ਨੇ ਨਵਜੋਤ ਸਿੰਘ ਸਿੱਧੂ ਨੂੰ ਬਖਸ਼ੀ ਹੈ, ਸਾਡੇ ਪਰਿਵਾਰ ਨੂੰ ਬਖਸ਼ੀ ਹੈ। ਇਮਾਨਦਾਰੀ, ਇਹ ਸਰਕਾਰ ਬਾਰ-ਬਾਰ ਕਹਿ ਰਿਹਾ, ਇਮਾਨਦਾਰੀ ਤੇ ਬਣੇਗੀ, ਮੋਰਲ ਅਥਾਰਟੀ ਤੇ ਬਣੇਗੀ, ਕਿਰਦਾਰਾਂ ਦੇ ਉੱਤੇ ਬਣੇਗੀ। ਔਰ ਮੈਂ ਇਹੀ ਆਸ਼ੀਰਵਾਦ ਆ ਜਿੱਥੇ ਇਹੀ ਲੈ ਕੇ ਚੱਲਿਆ ਆਸ਼ੀਰਵਾਦ ਕਿ ਇਹ ਬਾਬਾ ਜੀ ਤੇਰੇ ਫਲਸਫੇ ਨੂੰ ਹਰ ਦਿਲ ਦੇ ਵਿੱਚ ਉਭਾਰ, ਤਾਕਤ ਬਖਸ਼, ਜ਼ਰੀਆ ਬਣਾ ਕਿ ਜਿੱਦਾਂ ਤੈਨੂੰ ਮੰਨਦੇ ਆ ਤੇਰੇ ਫਲਸਫਿਆਂ ਦੇ ਉੱਤੇ ਤੁਰਨ ਦੀ ਤਾਕਤ ਵੀ ਸਾਡੇ ਕੋਲ ਹੋਵੇ। ਭਾਵੇਂ ਕੰਡੇ ਹੀ ਹੋਣ, ਉਹ ਮਖਮਲ ਬਣਨਗੇ। ਤੇ ਜਿਹੜੇ ਸ਼ਾਰਟਕਟ ਲੱਭਦੇ ਆ, ਇਨਸਟੈਂਟ ਕਾਫੀ ਲੱਭਦੇ ਆ, 2 ਮਹੀਨਿਆਂ 'ਚ ਵੰਡੀ ਤੁਰੀ ਜਾਂਦੇ ਆ, 4 ਮਹੀਨਿਆਂ 'ਚ ਵੰਡੀ ਤੁਰੀ ਜਾਂਦੇ। 500 ਵਾਅਦੇ ਕਰਤੇ ਜਿਨ੍ਹਾਂ ਨੇ ਤੇ ਪੂਰੇ 2 ਨਹੀਂ ਹੋਏ। ਚਾਦਰਾਂ 'ਚੋਂ ਪੈਰ ਨਹੀਂ, ਸਾਰੇ ਸਰੀਰ ਕੱਢੇ ਹੋਏ ਆ। ਉਹਨਾਂ ਨੂੰ ਸੋਝੀ ਬਖਸ਼, ਸੋਝੀ ਬਖਸ਼, ਸੱਚ ਬੋਲਣ ਦੀ ਸੋਝੀ ਬਖਸ਼, ਇਹ ਕਹਿਣ ਦੀ ਕਿ ਗਲਤੀਆਂ ਸੁਧਾਰੀਏ ਤਾਂ ਪੰਜਾਬ ਸਿਰਜਣਾ। ਝੂਠ ਦੇ ਉੱਤੇ, ਸਵਾਂਗ ਦੇ ਉੱਤੇ, ਟੋਂਗ ਦੇ ਉੱਤੇ ਲੋਲੀਪੌਪ ਵੰਡਣ ਨਾਲ ਪੰਜਾਬ ਨਹੀਂ ਸੰਵਰਨਾ। ਇੱਕ ਰੋਡ ਮੈਪ ਪੂਰੀ ਤਰ੍ਹਾਂ ਦਵਾਂਗਾ। ਕੋਈ ਮੇਰਾ ਠੇਕਾ ਨਹੀਂ ਲਿਆ ਹੋਇਆ ਉਸ ਰੋਡ ਮੈਪ, ਉਹ ਪੰਜਾਬੀਆਂ ਦਾ, ਪੰਜਾਬ ਦਾ। ਲੇਕਿਨ ਜਿਹੜਾ ਕਹੂ ਤੇਰਾ ਉਹ ਤਰੂ, ਤੇ ਜਿਹੜਾ ਕਹੂ ਮੇਰੀਆਂ ਬੱਸਾਂ, ਮੇਰੇ ਢਾਬੇ, ਮੇਰੇ ਬਿਜ਼ਨਸ, ਮੇਰੇ ਹੋਟਲ, ਉਹ ਸਿਆਸੀ ਤੌਰ ਤੇ ਮਰੂ। ਸਾਹਿਬ ਇੱਕ ਮਿੰਟ, ਸਵਾਲ ਨਹੀਂ ਬੇਟੇ, ਸਵਾਲ ਯਾਰ ਇੱਕ ਮਿੰਟ, ਕੋਈ ਨਹੀਂ ਕੋਈ ਸਵਾਲ। ਕਹਿੰਦੇ ਤਾਰਾ ਤੜਾਵਾ